बहुत साल होए, सदियां पहलां दी गल है। एक चित्रकार ने एक तस्वीर बनाउणी चाही। ਕਹਿਣ ਲੱਗਾ ਮੈਂ ਇਦਾਂ ਦੀ ਤਸਵੀਰ ਬਣਾਉਣੀ ਹੈ, ਉਸ ਤਸਵੀਰ ਨੂੰ ਵੇਖ ਕੇ ਇਨਸਾਨ ਨੂੰ ਰੱਬ ਯਾਦ ਆਵੇ, ਉਸ ਤਸਵੀਰ ਨੂੰ ਵੇਖ ਕੇ ਕੰਮ ਤੋਂ ਥੱਕੇ ਹੋਏ ਆਏ ਇਨਸਾਨ ਦਾ ਚਿਹਰਾ ਜਿਹੜਾ ਹੈ ਨਾ, ਉਹਦੇ ਤੇ ਉਦਾਸੀ ਨਾ ਰਹੇ। ਉਸ ਨੇ ਪਰਮਾਤਮਾ ਦੀ ਤਸਵੀਰ ਬਣਾਉਣੀ ਚਾਹੀ ਔਰ ਇਹੋ ਜਿਹਾ ਬੰਦਾ ਲੱਭਣ ਵਾਸਤੇ ਜਿਹਦੇ ਚਿਹਰੇ ਤੇ ਨੂਰ ਢਲਕਦਾ ਹੋਵੇ, ਜਿਹਦੀਆਂ ਅੱਖਾਂ ਦੇ ਵਿੱਚ ਸਰੂਰ ਹੋਵੇ ਔਰ ਬਹੁਤ ਜ਼ਿਆਦਾ ਸ਼ਾਂਤ ਬੰਦਾ ਲੱਭਣ ਵਾਸਤੇ ਉਹ ਕਦੇ ਕਿਤੇ ਗਿਆ, ਕਦੇ ਕਿਤੇ ਗਿਆ, ਕਦੇ ਕਿਤੇ ਗਿਆ। ਲੱਭਦਿਆਂ ਲਭਾਉਂਦਿਆਂ ਫਿਰਦਿਆਂ ਫਰਾਉਂਦਿਆਂ ਉਸ ਨੂੰ ਇੱਕ ਪਹਾੜਾਂ ਦੇ ਉੱਪਰ ਗਾਵਾਂ ਚਰਾਉਂਦਾ ਹੋਇਆ ਇੱਕ ਬੰਦਾ ਮਿਲ ਪਿਆ ਔਰ ਉਸ ਦੀ ਉਸਨੇ ਤਸਵੀਰ ਬਣਾਈ ਔਰ ਉਹ ਤਸਵੀਰ ਹਰ ਇੱਕ ਘਰ ਦੇ ਵਿੱਚ ਲੱਗ ਕੇ ਸ਼ੋਭਾ ਵਧੀ ਉਸ ਤਸਵੀਰ ਦੀ। ਉਹ ਤਸਵੀਰ ਇੰਨੀ ਵਿਕੀ ਕਿ ਹਰ ਇੱਕ ਘਰ ਦੇ ਵਿੱਚ ਉਸ ਦੀ ਤਸਵੀਰ ਲੱਗੀ ਹੋਈ ਸੀ ਔਰ ਜਦੋਂ ਵੀ ਕੋਈ ਕੰਮ ਤੋਂ ਆਉਂਦਾ ਸੀ ਜਾਂ ਕੋਈ ਪਰੇਸ਼ਾਨੀ ਦੇ ਵਿੱਚ ਸੀ, ਉਸ ਤਸਵੀਰ ਨੂੰ ਦੇਖ ਕੇ ਉਸ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਸੀ, ਸ਼ਾਂਤੀ ਆ ਜਾਂਦੀ ਸੀ। ਔਰ ਉਸ ਨੇ ਤਸਵੀਰ ਬਣਾ ਕੇ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਕੰਮ ਤਸਵੀਰਾਂ ਦਾ ਮੁਕੰਮਲ ਕਰ ਲਿਆ, ਅੱਜ ਮੇਰੀ ਤਸਵੀਰ ਬਹੁਤ ਵਿਕੀ ਹੈ। 20 ਸਾਲਾਂ ਬਾਅਦ ਫਿਰ ਉਸ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਕਿਉਂ ਨਾ ਮੈਂ ਇੱਕ ਇਹੋ ਜਿਹੀ ਤਸਵੀਰ ਬਣਾਵਾਂ ਜੋ ਇਸ ਦੇ ਬਿਲਕੁਲ ਉਲਟ ਹੋਵੇ। ਇੱਕ ਤਸਵੀਰ ਉਹਨੇ ਪਰਮਾਤਮਾ ਦੀ ਬਣਾਈ ਸੀ, ਪੁੰਨ ਦੀ ਬਣਾਈ ਸੀ, ਤੇ ਦੂਜੀ ਤਸਵੀਰ ਉਸਨੇ ਸੋਚਿਆ ਕਿ ਮੈਂ ਪਾਪ ਦੀ ਬਣਾਵਾਂ, ਨਰਕ ਦੀ ਬਣਾਵਾਂ। ਇਸ ਨੂੰ ਵੇਖ ਕੇ ਪਰਮਾਤਮਾ ਯਾਦ ਆਉਂਦਾ ਸੀ ਪਹਿਲੀ ਤਸਵੀਰ ਨੂੰ, ਤੇ ਅਗਲੀ ਤਸਵੀਰ ਨੂੰ ਵੇਖ ਕੇ ਪਤਾ ਲੱਗੇ ਨਰਕ ਕੀ ਹੁੰਦਾ ਹੈ। ਸੋ ਉਹ ਲੱਭਣ ਤੁਰ ਪਿਆ, ਕਦੇ ਕਿਤੇ ਹਰ ਇੱਕ ਮਾੜੇ ਥਾਂ ਗਿਆ, ਜੂਆ ਘਰਾਂ ਦੇ ਵਿੱਚ ਗਿਆ, ਜਿੱਥੋਂ ਵੀ ਉਸ ਨੂੰ ਲੱਗਦਾ ਸੀ ਕਿ ਇੱਥੇ ਕੋਈ ਦੁਖੀ ਲੱਭ ਸਕਦਾ ਹੈ। ਜੂਆ ਘਰਾਂ ਦੇ ਵਿੱਚ ਇਸ ਕਰਕੇ ਗਿਆ ਕਿ ਜਿਹੜਾ ਇਨਸਾਨ ਹਾਰ ਜਾਂਦਾ ਹੈ ਨਾ, ਉਹਦਾ ਚਿਹਰਾ ਜਿਹੜਾ ਹੈ ਉਹ ਬਿਲਕੁਲ ਮੁਰਝਾ ਜਾਂਦਾ ਹੈ। ਔਰ ਹਰ ਇੱਕ ਮਾੜੇ ਤੋਂ ਮਾੜੇ ਥਾਂ ਗਿਆ। ਹੋਇਆ ਕਿ ਆਖਰਕਾਰ ਉਸ ਨੂੰ ਜੇਲ੍ਹ ਦੇ ਵਿੱਚ ਇੱਕ ਇਹੋ ਜਿਹਾ ਕੈਦੀ ਮਿਲ ਪਿਆ ਔਰ ਉਸ ਨੇ ਜੇਲ੍ਹ ਤੋਂ ਆਗਿਆ ਲੈ ਕੇ ਉਸ ਕੈਦੀ ਦੀ ਤਸਵੀਰ ਬਣਾਉਣੀ ਚਾਹੀ ਜਿਸ ਨੂੰ ਥੋੜ੍ਹੇ ਦਿਨਾਂ ਬਾਅਦ ਫਾਂਸੀ ਹੋਣੀ ਸੀ। ਔਰ ਉਸ ਇਨਸਾਨ ਦੀ ਤਸਵੀਰ ਬਣਾਉਣ ਵਾਸਤੇ ਉਸ ਨੂੰ ਪਾਸ ਬਿਠਾਇਆ ਔਰ ਜਿਸ ਦੇ ਚਿਹਰੇ ਤੋਂ ਲੱਗਦਾ ਸੀ ਕਿ ਨਰਕ ਦੀ ਤਸਵੀਰ ਹੈ, ਉਸ ਨੂੰ ਪਾਸ ਬਿਠਾ ਕਰਕੇ ਉਸ ਦੀ ਤਸਵੀਰ ਬਣਾਈ। ਤੇ ਤਸਵੀਰ ਬਣਾਉਣ ਤੋਂ ਬਾਅਦ ਦੇ ਵਿੱਚ ਉਸਨੇ ਸੋਚਿਆ ਇੱਕ ਤਸਵੀਰ ਮੈਂ ਬਣਾਈ ਹੈ ਪਹਿਲਾਂ ਜਿਹੜੀ ਬਿਲਕੁਲ ਪੁੰਨ ਦੀ ਹੈ, ਹੁਣ ਪਾਪ ਦੀ ਤਸਵੀਰ ਵੀ ਬਣਾ ਚੁੱਕਾ ਹਾਂ। ਮੈਂ ਦੋਵੇਂ ਤਸਵੀਰਾਂ ਨੂੰ ਆਪਣੇ ਸਾਹਮਣੇ ਰੱਖ ਕੇ ਵੇਖਾਂ ਤਾਂ ਕਿ ਮੈਨੂੰ ਪਤਾ ਲੱਗ ਸਕੇ ਬਈ ਬਿਲਕੁਲ ਓਪੋਜਿਟ ਹਨ, ਵਿਰੋਧੀ ਹਨ, ਕਿ ਜਾਂ ਅਜੇ ਵੀ ਕੁਝ ਇਹਦੇ ਵਿੱਚ ਕੁਝ ਸੋਧ ਕਰਨ ਵਾਲੀ ਹੈ। ਸੋ ਉਸਨੇ ਕੀ ਕੀਤਾ, ਤਸਵੀਰ ਆਪਣੇ ਘਰੋਂ ਮੰਗਵਾਈ, ਦੋਵੇਂ ਤਸਵੀਰਾਂ ਨੂੰ ਅੱਗੇ ਰੱਖ ਕੇ ਇਹ ਗੈਸ ਕਰਦਾ ਪਿਆ ਹੈ ਕਿ ਆ ਵੀ ਠੀਕ ਹੈ, ਆ ਵੀ ਠੀਕ ਹੈ, ਆ ਵੀ ਠੀਕ ਹੈ। ਹਰ ਵਾਰ ਇੱਕ ਤਸਵੀਰ ਕਦੇ ਇੱਧਰ ਦੇਖਦਾ ਹੈ। ਸੋ ਉਸਨੇ ਫੈਸਲਾ ਕਰ ਲਿਆ ਆਪਣੇ ਮਨ ਹੀ ਮਨ ਕਿ ਇਹ ਬਿਲਕੁਲ ਵਿਰੋਧੀ ਤਸਵੀਰ ਬਣੀ ਹੈ, ਉਲਟ ਬਣੀ ਹੈ। ਔਰ ਜਦੋਂ ਉਸਨੇ ਇਹ ਫੈਸਲਾ ਕਰ ਲਿਆ ਤੇ ਜਿਹੜਾ ਕੈਦੀ ਸੀ ਨਾ ਮਗਰ ਖੜਾ ਜੰਜੀਰਾਂ ਦੇ ਵਿੱਚ ਬੱਧਾ ਹੋਇਆ, ਜਿਸ ਨੇ 7 ਖੂਨ ਕੀਤੇ ਸਨ, ਉਹ ਰੋਣ ਲੱਗ ਪਿਆ। ਤੇ ਜਦੋਂ ਰੋਣ ਲੱਗ ਪਿਆ ਨਾ, ਉਸ ਸਮੇਂ ਕਹਿਣ ਲੱਗਾ ਇਹ ਚਿੱਤਰਕਾਰ ਭਲਿਆ ਲੋਕਾ, ਤਸਵੀਰਾਂ ਨੇ ਤੈਨੂੰ ਕੀ ਦੁੱਖ ਦਿੱਤਾ, ਤਸਵੀਰਾਂ ਨੂੰ ਵੇਖ ਕੇ ਤੂੰ ਕਿਉਂ ਰੋਇਆ। ਕਹਿਣ ਲੱਗਾ ਤਸਵੀਰਾਂ ਨੇ ਮੈਨੂੰ ਕੀ ਦੁੱਖ ਦਿੱਤਾ, ਕਹਿੰਦਾ ਕਿ ਮੈਂ ਦੱਸਣਾ ਚਾਹੁੰਦਾ ਸੀ ਪਰ ਹੁਣ ਦੱਸਦਾ ਹਾਂ, ਜਿਹੜੀ ਪਹਿਲੀ ਤਸਵੀਰ ਤੁਸੀਂ ਬਣਾਈ ਸੀ ਉਹ ਵੀ ਮੇਰੀ ਸੀ। ਔਰ ਚਿੱਤਰਕਾਰ ਜਿਹੜਾ ਸੀ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਇੱਕ ਬੰਦੇ ਦੀ ਤਸਵੀਰ ਨਹੀਂ, ਇਹ ਤੇ ਫਿਰ ਹਰ ਇੱਕ ਬੰਦੇ ਦੀ ਤਸਵੀਰ ਹੈ। ਹਰ ਇੱਕ ਬੰਦਾ ਸਵਰਗ ਵੱਲੋਂ ਨਰਕ ਨੂੰ ਯਾਤਰਾ ਕਰਦਾ ਪਿਆ ਹੈ। ਦੇਖਣਾ ਬਚਪਨ ਸਾਡਾ ਕਿੰਨਾ ਸਵਰਗ ਸੀ। ਅਸੀਂ ਕਿਉਂ ਬਚਪਨ ਦੀਆਂ ਤਸਵੀਰਾਂ ਸੰਭਾਲ ਕੇ ਰੱਖਦੇ ਹਾਂ, ਕਿਉਂ ਵੇਖ ਕੇ ਖੁਸ਼ ਹੁੰਦੇ ਹਾਂ। ਉਸ ਸਮੇਂ ਸਾਡੇ ਮਨ ਦੇ ਵਿੱਚ ਅੱਜ ਵਾਲੇ
ਖਲਬਲੀ ਨਹੀਂ ਸੀ ਮੱਚੀ। ਅਸੀਂ ਉਸ ਬਚਪਨ ਦੀ ਤਸਵੀਰ ਨੂੰ ਵੇਖ ਕੇ ਬੜੇ ਖੁਸ਼ ਹੁੰਨੇ ਆ। ਔਰ ਸੱਚ ਇਹ ਹੈ ਕਿ ਜਿਹੜਾ ਜਿਹੜਾ ਪਲ, ਜਿਹੜਾ ਜਿਹੜਾ ਸਾਡਾ ਕਦਮ ਪੁੱਟਿਆ ਜਾ ਰਿਹਾ ਹੈ ਨਾ, ਉਹ ਨਰਕ ਵੱਲ ਨੂੰ ਪੁੱਟਿਆ ਜਾ ਰਿਹਾ, ਸਵਰਗ ਵੱਲ ਨੂੰ ਨਹੀਂ। ਸਾਡਾ ਜਿਹੜਾ ਜਿਹੜਾ ਕਦਮ ਪੁੱਟਿਆ ਜਾ ਰਿਹਾ ਹੈ ਨਾ, ਉਹ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਖਲਬਲੀ ਵਧਾਉਂਦਾ ਪਿਆ ਹੈ। ਸਾਡਾ ਚਿਹਰਾ ਸਾਡੇ ਦਿਲ ਤੇ ਸਾਡੇ ਦਿਮਾਗ ਦੀ ਹਾਲਤ ਦੇ ਉੱਤੇ ਨਿਰਭਰ ਹੈ। ਇੱਕ ਛੋਟਾ ਜਿਹਾ ਬੱਚਾ ਅੰਦਾਜ਼ਾ ਲਾ ਲੈਂਦਾ ਹੈ ਪਿਤਾ ਨੂੰ ਵੇਖ ਕੇ, ਮਾਂ ਨੂੰ ਵੇਖ ਕੇ, ਕਿ ਅੱਜ ਮੇਰੀ ਮਾਂ ਬਹੁਤ ਜ਼ਿਆਦਾ ਉਦਾਸ ਹੈ, ਅੱਜ ਮੇਰਾ ਪਿਤਾ ਬਹੁਤ ਜ਼ਿਆਦਾ ਉਦਾਸ ਹੈ, ਅੱਜ ਮੇਰਾ ਪਿਤਾ ਖੁਸ਼ ਹੈ। ਤੇ ਫਿਰ ਖੁਸ਼ੀ ਕਿੱਥੋਂ ਆਉਂਦੀ ਹੈ? ਇਸ ਦਿਲ ਦੇ ਵਿੱਚ ਖੁਸ਼ੀ ਹੈ, ਦਿਮਾਗ ਦੇ ਵਿੱਚ ਖੁਸ਼ੀ ਹੈ, ਤੇ ਇਨਸਾਨ ਖੁਸ਼ ਹੈ। ਤੇ ਅਸੀਂ ਫੋਟੋ ਖਿਚਵਾਉਣ ਵਾਸਤੇ, ਤਸਵੀਰ ਖਿਚਾਉਣ ਵਾਸਤੇ ਖੁਸ਼ ਹੁੰਨੇ ਆ, ਤੇ ਥੋੜੀ ਜਿਹੀ ਦੇਰ ਵਾਸਤੇ ਅਸੀਂ ਖੁਸ਼ ਹੁੰਨੇ ਆ, ਤੇ ਸਾਡੀ ਤਸਵੀਰ ਕਿੰਨੀ ਵਧੀਆ ਆਉਂਦੀ ਹੈ। ਤੇ ਜੇ ਜ਼ਿੰਦਗੀ ਖੁਸ਼ ਹੋ ਜਾਵੇ ਤੇ ਫਿਰ, ਤੇ ਇਹ ਜ਼ਿੰਦਗੀ ਖੁਸ਼ ਨਹੀਂ ਹੈ। ਅਸੀਂ ਖੁਦ ਆਪਣੇ ਮਨ ਦੀ ਹਾਲਤ ਵਿਗਾੜੀ ਹੈ। ਇੱਕ ਗੱਲ ਕਹੀ ਜਾਂਦੀ ਹੈ ਕਿ 2 ਚਿੱਤਰਗੁਪਤ ਬੈਠੇ ਹਨ। ਮੈਂ ਬੇਨਤੀ ਕਰਾਂ, 7 ਅਰਬ ਤੇ 80 ਕਰੋੜ ਦੀ ਵਰਲਡ ਦੀ ਆਬਾਦੀ ਹੈ, ਤੇ ਫਿਰ ਪਰਮਾਤਮਾ ਨੂੰ ਤੇ ਬਹੁਤ ਜ਼ਿਆਦਾ ਪਰਮਾਤਮਾ ਨੂੰ ਬਹੁਤ ਜ਼ਿਆਦਾ ਚਿੱਤਰਗੁਪਤ ਰੱਖਣ ਦੀ ਲੋੜ ਪੈਣੀ ਹੈ। ਡਬਲ ਕਰ ਲਓ। ਤੇ ਫਿਰ ਇਹ ਸੋਚੋ ਵੀ ਉਹ 24 ਘੰਟੇ ਜਾਗਦੇ ਰਹਿੰਦੇ ਹੋਣਗੇ? ਨਹੀਂ। ਚਿੱਤਰ ਇੱਕ ਉਸ ਇਨਸਾਨ ਨੇ ਬਣਾਇਆ, ਤੇ ਇੱਕ ਅਸੀਂ ਉਸ ਦੋਨਾਂ ਚਿੱਤਰਾਂ ਨੂੰ ਵੇਖ ਕੇ ਆਪਣੇ ਆਪ ਨੂੰ ਪੁੱਛੀਏ ਕਿ ਸਾਡੇ ਅੰਦਰ ਵੀ ਚਿੱਤਰ ਬਦਲਦਾ ਨਹੀਂ ਪਿਆ, ਸਾਡੇ ਅੰਦਰ ਦੀ ਤਸਵੀਰ ਬਦਲਦੀ ਨਹੀਂ ਪਈ। ਤੇ ਇਸ ਚਿੱਤਰਗੁਪਤ ਨੂੰ ਸਮਝਣ ਵਾਸਤੇ ਇਸ ਨੂੰ ਉਲਟਾ ਕਰ ਦਿਓ। ਪਹਿਲਾਂ ਚਿੱਤਰਗੁਪਤ ਹੈ, ਫਿਰ ਗੁਪਤ ਚਿੱਤਰ। ਅਸੀਂ ਜਿਹੜਾ ਵੀ ਕੰਮ ਕਰਦੇ ਆ ਨਾ, ਸਾਡੇ ਦਿਲ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਪਹਿਲਾਂ ਉਹ ਗੁਪਤ ਚਿੱਤਰ ਬਣਦਾ ਹੈ। ਜੋ ਅਸੀਂ ਸਲਾਹ ਕਰਦੇ ਆ, ਕਦਮ ਸਾਡੇ ਬਾਅਦ ਦੇ ਵਿੱਚ ਤੁਰਦੇ ਹਨ, ਪਹਿਲਾਂ ਦਿਮਾਗ ਦੇ ਵਿੱਚ ਚਿੱਤਰ ਬਣਦਾ ਹੈ ਕਿ ਫਲਾਣੇ ਥਾਂ ਜਾਣਾ ਹੈ। ਸੋ ਸਾਡਾ ਜਿਹੜਾ ਅੰਦਰ ਗੁਪਤ ਚਿੱਤਰ ਬਣਦਾ ਪਿਆ ਹੈ ਨਾ, ਉਸ ਨੇ ਸਾਡੀ ਜ਼ਿੰਦਗੀ ਨੂੰ ਬੜਾ ਬਰਬਾਦ ਕੀਤਾ ਹੋਇਆ ਹੈ। ਸਾਡੀ ਹਾਸੀ ਖੁੱਸ ਗਈ, ਸਾਡੇ ਚਿਹਰੇ ਦੇ ਉੱਤੇ ਰੌਣਕ ਮੁੱਕ ਗਈ। ਗੁਰਬਾਣੀ ਨੇ ਇਨਸਾਨ ਦੇ ਜ਼ਿੰਦਗੀ ਦੀ ਤਸਵੀਰ ਬਹੁਤ ਜ਼ਿਆਦਾ ਸੋਹਣੀ ਖਿੱਚੀ ਹੈ। ਦੇਖਣਾ, ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ। ਇਸ ਇਨਸਾਨ ਦਾ ਪਹਿਲਾ ਪਿਆਰ ਹੈ ਮਾਂ ਦੇ ਦੁੱਧ ਦੇ ਨਾਲ। ਜਦੋਂ ਰੋਇਆ, ਮਾਂ ਨੇ ਦੁੱਧ ਦੇ ਦਿੱਤਾ, ਇਹ ਬੱਚਾ ਉਸੇ ਸਮੇਂ ਚੁੱਪ ਕਰ ਗਿਆ। ਔਰ ਸਮਾਂ ਗੁਜ਼ਰਦਾ ਗਿਆ। ਹੁਣ ਇਸ ਨੂੰ ਅਗਲੀ ਅਵਸਥਾ ਜੀਵਨ ਦੇ ਵਿੱਚ ਕੀ ਆਈ? ਦੂਜੇ ਮਾਏ ਬਾਪ ਕੀ ਸੁੱਧ। ਸੁੱਧ ਦਾ ਮਤਲਬ ਹੁੰਦਾ ਖਬਰ। ਹੁਣ ਇਹਨੂੰ ਪਤਾ ਲੱਗ ਗਿਆ ਹੈ, ਆਹ ਮੇਰੀ ਮਾਂ ਹੈ ਤੇ ਆਹ ਮੇਰਾ ਬਾਪ ਹੈ। ਹੁਣ ਜਦੋਂ ਵੀ ਕੁਝ ਰੋਂਦਾ ਹੈ ਨਾ, ਹੋਰ ਜਿੰਨੇ ਮਰਜ਼ੀ ਚੁੱਪ ਕਰਾਉਣ, ਮਾਂ ਆ ਕੇ ਹੱਥ ਲਾ ਦੇਵੇ ਚੁੱਕਣ ਵਾਸਤੇ, ਉਸੇ ਸਮੇਂ ਇਸ ਬੱਚੇ ਨੂੰ ਪਤਾ ਲੱਗ ਜਾਂਦਾ ਹੈ, ਆਹ ਮੇਰੀ ਮਾਂ ਦੇ ਹੱਥ ਹਨ। ਦੂਜੇ ਮਾਏ ਬਾਪ ਕੀ ਸੁੱਧ। ਹੁਣ ਤੀਜੀ ਅਵਸਥਾ ਜੀਵਨ ਦੇ ਵਿੱਚ ਕਿਹੜੀ ਆਈ? ਤੀਜੇ ਭਇਆ ਭਾਬੀ ਬੇਬ। ਤੀਜੀ ਅਵਸਥਾ ਇਹ ਪਤਾ ਲੱਗਾ ਕਿ ਆਹ ਮੇਰੀ ਭੈਣ ਹੈ, ਆਹ ਮੇਰਾ ਭਰਾ ਹੈ। ਤੀਜੇ ਭਇਆ ਭਾਬੀ ਬੇਬ। ਤੇ ਫਿਰ ਚੌਥੀ ਅਵਸਥਾ ਜੀਵਨ ਦੇ ਵਿੱਚ ਕਿਹੜੀ ਆ ਗਈ? ਚੌਥੇ ਪਿਆਰ ਉਪੰਨੀ ਖੇਡ। ਹੁਣ ਭੁੱਖ ਦਾ ਵੀ ਕੋਈ ਖਿਆਲ ਨਹੀਂ, ਹੁਣ ਮਾਂ ਦਾ ਵੀ ਕੋਈ ਖਿਆਲ ਨਹੀਂ, ਹੁਣ ਭੈਣ ਭਰਾਵਾਂ ਦਾ ਵੀ ਕੋਈ ਖਿਆਲ ਨਹੀਂ। ਹੁਣ ਕੇਵਲ ਤੇ ਕੇਵਲ ਦਿਮਾਗ ਦੇ ਵਿੱਚ ਇੱਕੋ ਗੱਲ ਹੈ, ਖੇਡ ਦੇ ਵਿੱਚ ਮਸਤ ਹੈ। ਮਾਂ ਖਾਣਾ ਬਣਾ ਕੇ ਬੈਠੀ ਹੈ, ਆਵਾਜ਼ਾਂ ਮਾਰਦੀ ਹੈ, ਬੇਟਾ ਆ ਜਾ। ਭੈਣ ਭਰਾ ਵੀ ਆਵਾਜ਼ਾਂ ਮਾਰਦੇ ਹਨ, ਮਾਂ ਬਾਪ ਵੀ, ਸਾਰਿਆਂ ਦਾ ਜ਼ੋਰ ਲੱਗਾ, ਬੇਟਾ ਆ ਜਾ। ਪਰ ਇਹ ਖੇਡ ਦੇ ਵਿੱਚ ਮਸਤ ਹੈ। ਚੌਥੇ ਪਿਆਰ ਉਪੰਨੀ ਖੇਡ। ਚੌਥੇ ਪਿਆਰ ਉਪੰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਇਹ ਆਈ, ਹੁਣ ਜ਼ਿੰਦਗੀ ਦੇ ਵਿੱਚ ਇੱਕੋ ਕੰਮ ਆ ਗਿਆ ਬਈ ਖਾਣਾ ਪੀਣਾ ਹੈ।
ਸਲਾਹਾਂ ਹੁੰਦੀਆਂ ਹਨ, ਯਾਰਾਂ ਦੇ ਨਾਲ ਸਲਾਹਾਂ ਹੁੰਦੀਆਂ ਹਨ, ਮਿੱਤਰਾਂ ਦੇ ਨਾਲ ਸਲਾਹਾਂ ਹੁੰਦੀਆਂ ਹਨ, ਬੈਠੀਏ ਕੁਝ ਖਾਈਏ ਪੀਏ। ਪੰਜਵੇਂ ਖਾਣ ਪੀਣ ਕੀ ਧਾਤ, ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦਾ ਹੈ। ਹੁਣ ਜਦੋਂ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦਾ ਹੈ, ਅਵਸਥਾ ਚੇਂਜ ਹੋਈ, ਇਹ ਜਵਾਨ ਹੋ ਗਿਆ। ਤੇ ਫਿਰ ਜਦੋਂ ਜਵਾਨ ਹੋ ਗਿਆ ਨਾ, ਹੁਣ ਇਸ ਦੇ ਮਨ ਦੇ ਵਿੱਚ ਕਾਮ ਨੇ ਆਣ ਡੇਰਾ ਜਮਾਇਆ। ਤੇ ਫਿਰ ਉਸਨੇ ਕੀ ਕੀਤਾ, ਛੇਵੇਂ ਕਾਮ ਨਾ ਪੁੱਛੇ ਜਾਤ। ਛੇਵੀਂ ਅਵਸਥਾ ਇਹ ਆ ਗਈ, ਛੇਵੀਂ ਮਨ ਦੀ ਹਾਲਤ ਇਹ ਬਣ ਗਈ ਕਿ ਹੁਣ ਕਾਮ ਨੇ ਮਨ ਦੇ ਉੱਪਰ ਜ਼ੋਰ ਪਾ ਲਿਆ, ਔਰ ਦਿਮਾਗ ਦੇ ਵਿੱਚ ਕਿਸੇ ਜਾਤ ਦਾ ਵੀ ਕੋਈ ਫਿਕਰ ਨਹੀਂ ਕਿ ਇਸ ਜਾਤ ਦੇ ਨਾਲ ਮੈਂ ਗਲਤ ਕੰਮ ਕਰਾਂ ਕਿ ਨਾ ਕਰਾਂ। ਛੇਵੇਂ ਕਾਮ ਨਾ ਪੁੱਛੇ ਜਾਤ। ਤੇ ਜਦੋਂ ਇਹੋ ਜਿਹੀ ਹਾਲਤ ਆ ਗਈ ਤੇ ਪਰਿਵਾਰ ਦੇ ਜੀਆਂ ਨੇ, ਗੁਰਬਾਣੀ ਦਾ ਫਰਮਾਨ ਹੈ, ਉਛਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਕਤ ਗਲ ਬੰਧਿਆ। ਕਿ ਜਦੋਂ ਵੇਖਿਆ ਪਰਿਵਾਰ ਨੇ, ਵੇਖਿਆ ਸੰਸਾਰ ਨੇ ਵੀ ਹੁਣ ਇਹ ਬੱਚਾ ਵਿਆਹਣ ਯੋਗ ਹੋ ਗਿਆ, ਇਹਨਾਂ ਨੇ ਇਸ ਦਾ ਵਿਆਹ ਕਰ ਦਿੱਤਾ। ਤੋ ਆਣ ਸਕਤ, ਸਕਤ ਦਾ ਮਤਲਬ ਹੈ ਇਸਤਰੀ। ਆਣ ਸਕਤ ਗਲ ਬੰਧਿਆ, ਵਿਆਹ ਹੋ ਗਿਆ। ਛੇਵੇਂ ਕਾਮ ਨਾ ਪੁੱਛੇ ਜਾਤ ਤੇ ਸਤਵੇਂ ਸੰਜ ਕੀਆ ਘਰ ਵਾਸ। ਸਤਵੀਂ ਅਵਸਥਾ ਇਹ ਆ ਗਈ, ਹੁਣ ਇਸ ਨੂੰ ਘਰ ਬਣਾਉਣ ਦਾ ਫਿਕਰ ਪਿਆ। ਘਰ ਦੇ ਵਿੱਚ ਆ ਵੀ ਚੀਜ਼ ਲੈ ਕੇ ਆਉਣੀ ਹੈ, ਘਰ ਦੇ ਵਿੱਚ ਆ ਵੀ ਚੀਜ਼ ਲਿਆਉਣੀ ਹੈ। ਇਸ ਨੇ ਘਰ ਦੇ ਵਿੱਚ ਹੁਣ ਚੀਜ਼ਾਂ ਲਿਆਉਣੀਆਂ, ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਫਿਰ ਜਦੋਂ ਇਹ ਹੁਣ ਘਰ ਦੇ ਵਿੱਚ ਚੀਜ਼ਾਂ ਲੈ ਕੇ ਆਉਂਦਾ ਹੈ, ਕੰਮ ਕਾਰ ਕਰਦਾ ਹੈ, ਉਹਨਾਂ ਪੈਸੇ ਤੋਂ ਚੀਜ਼ਾਂ ਲੈ ਕੇ ਆਉਂਦਾ ਹੈ, ਤੇ ਇਹਦੇ ਹੁਣ ਜਿਹੜਾ ਬੰਦਾ ਰੁਕਾਵਟ ਬਣਦਾ ਨਾ ਜ਼ਿੰਦਗੀ ਦੇ ਵਿੱਚ, ਸਤਵੇਂ ਸੰਜ ਕੀਆ ਘਰ ਵਾਸ। ਤੇ ਫਿਰ ਅੱਠਵੇਂ ਕ੍ਰੋਧ ਹੋਆ ਤਨ ਨਾਸ। ਇਹ ਇਨਸਾਨ ਫਿਰ ਕ੍ਰੋਧੀ ਹੋ ਜਾਂਦਾ। ਜਿਹੜਾ ਰੁਕਾਵਟ ਬਣਦਾ ਨਾ ਇਹਦੇ ਘਰ ਦੇ ਵਿੱਚ, ਵੀ ਮੈਂ ਆਹ ਚੀਜ਼ ਲੈ ਕੇ ਆਵਾਂ, ਘਰ ਨੂੰ ਬਣਾਵਾਂ, ਜਿਹੜਾ ਰੁਕਾਵਟ ਬਣਦਾ ਹੈ ਉੱਤੇ ਕ੍ਰੋਧ ਕਰਦਾ ਹੈ। ਤੇ ਸਾਰੇ ਇਨਸਾਨ ਇਹੀ ਕੁਝ ਕਰ ਰਹੇ ਹਨ। ਅੱਠਵੇਂ ਕ੍ਰੋਧ ਹੋਆ। ਤੇ ਕ੍ਰੋਧ ਨੇ ਕੀ ਕੀਤਾ, ਤਨ ਦਾ ਮਤਲਬ ਸਰੀਰ, ਸਰੀਰ ਦਾ ਸਤਿਆਨਾਸ਼। ਦੇਖਣਾ, ਜਦੋਂ ਇਨਸਾਨ ਦੇ ਚਿਹਰੇ ਤੇ ਕ੍ਰੋਧ ਹੁੰਦਾ ਹੈ ਕਿੰਨਾ ਡਰਾਉਣਾ ਹੁੰਦਾ ਹੈ, ਤੇ ਜਦੋਂ ਇਨਸਾਨ ਦੇ ਚਿਹਰੇ ਤੇ ਹਾਸੀ ਹੁੰਦੀ ਹੈ ਕਿੰਨਾ ਪਿਆਰਾ ਲੱਗਦਾ ਹੈ। ਬੱਚਾ ਕਿਉਂ ਪਿਆਰਾ ਲੱਗਦਾ ਹੈ, ਬੜਾ ਹੱਸਦਾ ਹੈ। ਅੱਠਵੇਂ ਕ੍ਰੋਧ ਹੋਆ ਤਨ ਨਾਸ। ਤੇ ਨਾਵੇਂ ਧੌਲੇ ਉੱਭੇ ਸਾਹ। ਨੌਵੀਂ ਅਵਸਥਾ ਜ਼ਿੰਦਗੀ ਦੀ ਇਹ ਆ ਗਈ ਕਿ ਧੌਲੇ ਆ ਗਏ ਤੇ ਸਾਹ ਜਿਹੜੇ ਆ ਨਾ ਪਹਿਲਾਂ ਨਾਲੋਂ ਹੁਣ ਔਖੇ ਆਉਂਦੇ ਆ। ਨਾਵੇਂ ਧੌਲੇ ਉੱਭੇ ਸਾਹ। ਤੇ ਦਸਵੇਂ ਦੱਦਾ ਹੋਆ ਸੁਆ। ਮਰ ਗਿਆ, ਸਾੜਤਾ, ਫੂਕ ਦਿੱਤਾ, ਹੋਰ ਕੀ ਕਰਨਾ ਸੀ। ਦਸਵੇਂ ਦੱਦਾ ਹੋਆ ਸੁਆ। ਗਏ ਸੇ ਗੀਤ। ਹੁਣ ਜ਼ਿੰਦਗੀ ਦੇ ਵਿੱਚੋਂ ਗੀਤ ਖਤਮ ਹੋ ਗਏ। ਹੁਣ ਕੀ ਇਸ ਘਰ ਦੇ ਵਿੱਚ ਆ ਗਿਆ, ਗਏ ਸੇ ਗੀਤ ਪੁਕਾਰੀ ਧਾਹਾਂ। ਧਾਹਾਂ ਪੈਂਦੀਆਂ, ਰੋਣਾ ਪੈ ਗਿਆ ਇਸ ਘਰ ਦੇ ਵਿੱਚ। ਗਏ ਸੇ ਗੀਤ ਪੁਕਾਰੇ ਧਾ। ਆਇਆ ਗਿਆ ਮੋਇਆ ਨਾਓ ਪਿੱਛੇ ਪੱਤਲ ਸਦਿਓ ਕਾਵ। ਹੁਣ ਕਹਿੰਦੇ ਨੇ ਇਹਦਾ ਸਾਲ ਬਾਅਦ ਸ਼ਰਾਧ ਕਰ ਦਿਆ ਕਰੋ। ਤੇ ਥੋੜੇ ਸਾਲ ਹੀ ਹੁੰਦਾ ਹੈ, ਉਹ ਵੀ ਖਤਮ ਹੋ ਜਾਂਦਾ ਹੈ। ਤੇ ਸ਼ਰਾਧ ਕਰਨਾ ਗੁਰਮਤਿ ਦੇ ਵਿੱਚ ਕਿਤੇ ਲਿਖਿਆ ਨਹੀਂ, ਇਸ ਤੇ ਬਾਬਤ ਫਿਰ ਵਿਚਾਰ ਕਰਾਂਗੇ। ਗਏ ਸੇ ਗੀਤ ਪੁਕਾਰੇ ਧਾ। ਉੱਡਿਆ ਹੰਸ ਦਸਾਏ ਰਾਹ। ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਵ। ਤੇ ਨਾਨਕ ਮਨਮੁਖ ਅੰਧ ਪਿਆਰ। ਪਿਆਰ ਤੇ ਇਸ ਦੀ ਜ਼ਿੰਦਗੀ ਵਿੱਚ ਬਹੁਤ ਹੈ, ਪਰ ਅੰਨੇ ਦਾ ਪਿਆਰ ਹੈ। ਅੰਨੇ ਨੂੰ ਪਤਾ ਨਹੀਂ ਪਿਆਰ ਕਿੱਥੇ ਕਰਨਾ ਚਾਹੀਦਾ, ਕਿੱਥੇ ਨਹੀਂ ਕਰਨਾ ਚਾਹੀਦਾ। ਅੰਨਾ ਪਿਆਰ। ਨਾਨਕ ਮਨਮੁਖ ਅੰਧ ਪਿਆਰ। ਤੇ ਬਾਜ ਗੁਰੂ ਡੁੱਬਾ ਸੰਸਾਰ। ਇੱਕ ਨਹੀਂ, ਜ਼ਿੰਦਗੀਆਂ ਡੁੱਬਦੀਆਂ ਜਾਂਦੀਆਂ ਨੇ। ਮੈਂ ਬੇਨਤੀ ਕਰਾਂ, ਕਦੇ ਕਦਾਈ ਕਿਤੇ ਕੋਈ ਜਹਾਜ਼ ਡੁੱਬ ਜਾਵੇ ਨਾ, ਸਮੁੰਦਰੀ ਜਹਾਜ਼, ਕੋਈ ਕਦੇ ਕਦਾਈ ਇੱਦਾਂ ਦੀ ਗੱਲ ਹੋ ਜਾਵੇ ਤੇ ਸੰਸਾਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੈ। ਪਰ ਜੇ ਰੋਜ਼ ਹੀ ਡੁੱਬਦਾ ਜਾਵੇ, ਇੱਕ ਨਹੀਂ ਕਈ ਡੁੱਬਣ, ਉਹ ਸੁਰਖੀਆਂ ਨਹੀਂ ਬਣਦਾ। ਤੇ ਰੋਜ਼ ਜ਼ਿੰਦਗੀਆਂ ਡੁੱਬਦੀਆਂ ਜਾਂਦੀਆਂ ਹਨ, ਇਸ ਕਰਕੇ ਪਤਾ ਨਹੀਂ ਲੱਗਦਾ, ਕੋਈ ਸੁਰਖੀ ਨਹੀਂ ਬਣਦਾ।
ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ 85 60 ਕੇ ਬੁਢੇ ਭਾਵੇ ਨਵੇਂ ਕਾ ਸਜਸਨੀ ਮੂਲ ਨਾ ਜਾਣੇ ਆਪ ਬਲ। ਸੋ ਇਹ ਜ਼ਿੰਦਗੀ ਦੀ ਹਾਲਤ ਹੈ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਰਲ ਮਿਲ ਕੇ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।